ਗੁਰਮਤਿ ਸਿਧਾਂਤਾਂ ਦੇ ਹੀ ਉਲਟ ਹੈ ਭੁੱਖ ਹੜਤਾਲ ਵਾਲਾ ਮਸਲਾ। ਬਾਰ-ਬਾਰ ਭੁੱਖ ਹੜਤਾਲ ਕਰਨੀ ਹੈ ਨਾ, ਇਹ ਸਿੱਖ ਧਰਮ ਦੇ ਗੁਰਮਤਿ ਦੇ ਅਸੂਲਾਂ ਤੇ ਪਰੰਪਰਾਵਾਂ ਦੇ ਬਿਲਕੁਲ ਉਲਟ ਖੜਾ ਹੈ। ਸਿੱਖ ਧਰਮ ਵਿੱਚ ਕਿਤੇ ਨਹੀਂ ਇਹ ਹੈਗਾ ਕਿ ਤੁਸੀਂ ਆਪਣੇ ਸਰੀਰ ਨੂੰ ਕਸ਼ਟ ਦਿਓ, ਤੰਗ ਕਰੋ। ਕੈਦੀ ਦੇ ਵਾਸਤੇ ਤਾਂ ਹਿਊਮਨ ਰਾਈਟਸ ਨੇ, ਉਹ ਭੁੱਖ ਹੜਤਾਲ ਵੀ ਕਰ ਸਕਦਾ ਹੈ। ਤੁਸੀਂ ਸਿੱਖ ਹੋ ਤੇ ਤੁਹਾਨੂੰ ਵਰਤ ਰੱਖਣ ਦੀ ਕੀ ਲੋੜ ਹੈ ਨਾ। ਤਰਸ ਦੀ, ਰਹਿਮ ਦੀ ਅਪੀਲ ਪਾਈ ਹੈ SGPC ਨੇ ਕਿ ਉਹਨਾਂ ਦੀ ਕੈਦ ਮਾਫ ਕੀਤੀ ਜਾਏ, ਉਹ ਵਿਡਰਾ ਕਰੋ। ਇੱਕ ਪਾਸੇ ਤੇ ਤੁਸੀਂ ਸਿੱਖ ਕੌਮ ਦੇ ਸੂਰਮੇ ਬਣਦੇ, ਦੂਸਰੇ ਪਾਸੇ ਤੁਹਾਡੇ ਬਿਹਾਫ ਤੇ ਕੋਈ ਕੇਂਦਰ ਸਰਕਾਰ ਨੂੰ ਜਾਂ ਰਾਸ਼ਟਰਪਤੀ ਨੂੰ ਤਰਸ ਦੀ ਅਪੀਲ ਕਰ ਰਹੇ, ਮੇਰੇ ਤੇ ਰਹਿਮ ਕਰੋ। ਸਿੱਖਾਂ ਵਿੱਚ ਰਹਿਮ ਕੋਈ ਨਹੀਂ ਹੈਗਾ। ਗੁਰੂ ਸਾਹਿਬਾਨਾਂ ਨੇ ਇੰਨੀਆਂ ਲੜਾਈਆਂ ਲੜੀਆਂ, ਇੰਨੇ ਸਿੰਘ ਸ਼ਹੀਦ ਹੋਏ, ਗੁਰੂ ਸਾਹਿਬ ਨੂੰ ਬੰਦੀ ਵੀ ਬਣਾ ਲਿਆ ਗੁਰੂ ਤੇਗ ਬਹਾਦਰ ਜੀ ਨੇ, ਉਹਨਾਂ ਨੇ ਰਹਿਮ ਦੀ ਅਪੀਲ ਨਹੀਂ ਕੀਤੀ। ਗਿਆਨੀ ਰਘਬੀਰ ਸਿੰਘ ਜੀ, ਉਹਨਾਂ ਦਾ ਪਟਿਆਲੇ ਜੇਲ੍ਹ ਵਿੱਚ ਜਾਣਾ ਤੇ ਉਹਦਾ ਵਰਤ ਤੁਲਾਣਾ, ਇਹ ਬਿਲਕੁਲ ਸਿੱਖੀ ਉਸੂਲਾਂ ਦੇ ਵਿਰੁੱਧ। ਉਹਨਾਂ ਨੇ ਉਹਨਾਂ ਦੇ ਭੁੱਖ ਹੜਤਾਲ ਨੂੰ ਮਾਨਤਾ ਦੇ ਦਿੱਤੀ। ਜਾਂ ਫਿਰ ਤੁਸੀਂ ਪ੍ਰੇਰਿਤ ਹੋਏ ਹੋ ਮਹਾਤਮਾ ਗਾਂਧੀ ਤੋਂ। ਸਿੱਖਾਂ ਦਾ ਸੂਰਮੇ ਦਾ ਇਹ ਕੰਮ ਨਹੀਂ ਹੈਗਾ ਵੀ ਉਹ ਵਰਤ ਰੱਖੇ। SGPC ਨੂੰ ਇਹ ਸਿੱਖਾਂ ਦੀ ਸਭ ਤੋਂ ਸਰਵਉੱਚਤਮ ਸੰਸਥਾ, ਉਹਦਾ ਪ੍ਰਧਾਨ ਤਰਸ ਦੀਆਂ ਅਪੀਲਾਂ ਕਰ ਰਿਹਾ। ਇਹ ਬੜੀ ਸ਼ਰਮਨਾਕ ਗੱਲ ਹੈ। ਉਸ ਤੋਂ ਵੀ ਸ਼ਰਮਨਾਕ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪਣੇ ਪਦਵੀ ਦੀ ਗਰਿਮਾ ਵਿੱਚ ਨਾ ਰਹਿ ਕੇ ਜੇਲ੍ਹ ਵਿੱਚ ਗਿਆ। ਬੰਦੀ ਸਿੰਘ ਹੈਗੇ 30। SGPC ਨੇ ਜਿਹੜਾ ਮੈਮੋਰੈਂਡਮ ਦਿੱਤਾ ਉਹ 8-9 ਬੰਦਿਆਂ ਦਾ ਦਿੱਤਾ ਵੀ ਇਹ ਬੰਦੀ ਸਿੰਘ। ਖਾਸ ਪੋਲਿਟਿਕਸ ਦੇ ਪਿੱਛੇ ਕਾਰਨ ਕੀ ਨਜ਼ਰ ਆਉਂਦੇ ਆ ਤੁਸੀਂ ਜਦੋਂ ਇਹਨਾਂ ਦੀ ਪੜਤਾਲ ਘੋਖ ਕੀਤੀ? ਕੋਈ ਇਵੇਂ ਹੈ ਵੀ ਕੋਈ ਵੀ ਨਹੀਂ ਚਾਹੁੰਦਾ ਵੀ ਇਹਨਾਂ ਨੂੰ ਛੱਡਿਆ ਜਾਏ। ਸੋ ਇਹ ਸਭ ਡਰਾਮੇਬਾਜ਼ੀ ਹੈ, ਪ੍ਰਾਪੇਗੰਡਾ ਹੈ। ਬੰਦੀ ਸਿੰਘਾਂ ਨੂੰ ਵੀ ਪਤਾ ਹੈ ਇਹ ਪ੍ਰਾਪੇਗੰਡਾ। ਹੁਣ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ, ਸਾਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਸਿੱਖ ਕੌਮ ਦਾ ਜਥੇਦਾਰ ਹੈ। ਉਹਨਾਂ ਦੇ ਮੁੱਖ ਲੀਡਰ ਕੌਣ ਹੈ? ਹਰਸਿਮਰਤ ਬਾਦਲ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਵਿਰਸਾ ਸਿੰਘ ਵਲਟੋਆ। ਭੁੰਦੜ ਸਾਹਿਬ ਬਣੇ ਨਹੀਂ, ਭੁੰਦੜ ਸਾਹਿਬ ਦੇ ਪਿੱਛੇ ਐਵੇਂ ਨਾ, ਪਿਛਲੇ 2 ਨੰਬਰ ਦੇ ਲੀਡਰ ਹੈ। ਅਸਲੀ ਲੀਡਰ ਤੇ ਟੱਬਰ। ਪੰਜਾਬ 'ਚ ਮੁੱਦਾ ਬੰਦੀ ਸਿੰਘਾਂ ਦਾ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ, ਜਾਂ ਫਿਰ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਹਾਲੇ ਤੱਕ ਬਾਹਰ ਕਿਉਂ ਨਹੀਂ ਆਏ। ਸਰਕਾਰ ਦੀ ਇੱਥੇ ਨੀਤੀ ਤੇ ਨੀਅਤ ਵਿੱਚ ਕਿੰਨਾ ਫਰਕ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ, SGPC ਦੀ ਭੂਮਿਕਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਦਲਦੇ ਸਟੈਂਡ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਕਰਾਂਗੇ। ਤੇ ਬਲਵੰਤ ਸਿੰਘ ਰਾਜੋਆਣਾ ਦੇ 3 ਵਾਰੀ ਰੱਖੀ ਭੁੱਖ ਹੜਤਾਲ ਦੇ ਮਤਲਬ ਕੀ ਨੇ, ਔਰ ਇੱਕ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਆਖਿਆ ਕਿ ਸਿਧਾਂਤਾਂ ਦੇ ਹੀ ਉਲਟ ਹੈ ਭੁੱਖ ਹੜਤਾਲ ਕਰਨਾ। ਔਰ ਇਹ ਸਾਰੀਆਂ ਗੱਲਾਂ ਦੇ ਸਵਾਲਾਂ ਦੇ ਜਵਾਬਾਂ ਦੇ ਇਰਦ ਗਿਰਦ ਅਸੀਂ ਚਰਚਾ ਉਹਨਾਂ ਨਾਲ ਹੀ ਕਰਾਂਗੇ। ਅੰਮ੍ਰਿਤ ਪ੍ਰਸਾਰ ਚੈਨਲ ਉਹ ਖੁਦ ਵੀ ਚਲਾਉਂਦੇ ਨੇ, ਸੀਨੀਅਰ ਪੱਤਰਕਾਰ ਨੇ। ਚੰਚਲ ਮਨੋਹਰ ਸਿੰਘ ਜੀ ਉਹ ਸਾਡੇ ਨਾਲ ਨੇ, ਉਹਨਾਂ ਤੋਂ ਅਸੀਂ ਜਾਣਾਂਗੇ ਕਿ ਜਿਹੜੀ ਇਹ ਆਲੇ ਦੁਆਲੇ ਸਿਆਸਤ ਹੋ ਰਹੀ ਹੈ ਬੰਦੀ ਸਿੰਘਾਂ ਦੇ, ਇਸ ਦੇ ਮਾਇਨੇ ਕੀ ਨੇ ਤੇ ਮਤਲਬ ਕੀ ਨੇ। ਸਭ ਤੋਂ ਪਹਿਲਾਂ ਤੇ ਮੁੱਢਲਾ ਸਵਾਲ ਮੇਰਾ ਤੁਹਾਨੂੰ ਇਹੀ ਹੈ ਜੀ, ਕਿਉਂਕਿ ਤੁਸੀਂ ਆਪਣੀ ਇੱਕ ਰਿਪੋਰਟ ਦੇ ਵਿੱਚ ਆਖਿਆ ਕਿ ਇਹ ਤਾਂ ਗੁਰਮਤਿ ਸਿਧਾਂਤਾਂ ਦੇ ਹੀ ਉਲਟ ਹੈ ਭੁੱਖ ਹੜਤਾਲ ਵਾਲਾ ਮਸਲਾ, ਤਾਂ ਬੰਦੀ ਸਿੰਘ ਖਾਸ ਕਰਕੇ ਬਲਵੰਤ ਸਿੰਘ ਰਾਜੋਆਣਾ ਦੇ ਲਏ ਗਏ ਹੁਣ ਤੱਕ ਦੇ ਸਟੈਂਡ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜਿਹੜਾ ਉਹਦਾ ਬਾਰ-ਬਾਰ ਭੁੱਖ ਹੜਤਾਲ ਕਰਨੀ ਹੈ ਨਾ, ਇਹ ਸਿੱਖ ਧਰਮ ਦੇ ਗੁਰਮਤਿ ਦੇ ਅਸੂਲਾਂ ਤੇ ਪਰੰਪਰਾਵਾਂ ਦੇ ਬਿਲਕੁਲ ਉਲਟ ਖੜਾ ਹੈ। ਸਿੱਖ ਧਰਮ ਵਿੱਚ ਕਿਤੇ ਨਹੀਂ ਇਹ ਹੈਗਾ ਕਿ ਤੁਸੀਂ ਆਪਣੇ ਸਰੀਰ ਨੂੰ ਕਸ਼ਟ ਦਿਓ, ਤੰਗ ਕਰੋ। ਇਹ ਹੈਗੀਆਂ ਨਾ ਹਠ ਯੋਗ ਦੀਆਂ ਜੋ ਯੋਗ ਵੰਨਗੀਆਂ। ਇਹ ਹਿੰਦੂ ਧਰਮ ਦੀ ਬੜੀ ਘਬਰਾਹਟ ਹੈਗਾ, ਉਹਦਾ ਪੈਨੋਰਮਾ, ਉਹਦੇ ਵਿੱਚ ਇੱਕ ਹਠ ਯੋਗ ਵੀ ਹੈ। ਉਹਦਾ ਮਤਲਬ ਇਹ ਹੈ ਵੀ ਤੁਸੀਂ ਆਪਣੇ ਸਰੀਰ ਨੂੰ ਤੰਗ ਕਰੋ, ਠੰਡੇ ਪਾਣੀ 'ਚ ਖੜੇ ਰਹੋ 3-3 ਦਿਨ, ਜਾਂ ਤੁਸੀਂ ਇੱਕ ਲੱਤ 'ਤੇ ਖੜੇ ਰਹੋ, ਅਤੇ ਤੁਹਾਡਾ ਜਿਹੜੀ ਸੰਸਾਰਕ ਬਿਰਤੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਵੱਲੋਂ ਤੁਹਾਡਾ ਧਿਆਨ ਹਟ ਜਾਏਗਾ ਅਤੇ ਤੁਹਾਡਾ ਧਿਆਨ ਅੰਤःਕਰਨ 'ਚ ਹੋ ਜਾਏਗਾ, ਜਿਸ ਰਾਹੀਂ ਤੁਹਾਨੂੰ ਰੱਬ ਪ੍ਰਾਪਤ ਹੋਵੇ। ਪਰ ਕਈ ਬੰਦੀ ਸਿੰਘਾਂ ਦੇ ਹਮਦਰਦੀ, ਖਾਸ ਕਰਕੇ ਰਾਜੋਆਣਾ ਦੇ ਨਾਲ ਹਮਦਰਦੀ ਰੱਖਣ ਵਾਲੇ ਵੀ ਕਹਿ ਸਕਦੇ ਆ ਕਿ ਇੱਕ ਕੈਦੀ ਦੇ ਵਾਸਤੇ ਤਾਂ ਹਿਊਮਨ ਰਾਈਟਸ ਨੇ, ਉਹ ਭੁੱਖ ਹੜਤਾਲ ਵੀ ਕਰ ਸਕਦਾ ਹੈ, ਕਿਸੇ ਤਰ੍ਹਾਂ ਦੀ ਵੀ ਆਪਣੀ ਗੱਲ ਕਹਿਣ ਵਾਸਤੇ ਗੱਲ ਅੱਗੇ ਰੱਖ ਸਕਦਾ ਹੈ। ਤੁਸੀਂ
ਜੇਲ੍ਹ 'ਚ ਹੈਗੇ ਹੋ, ਤੁਸੀਂ ਪਾਠ ਕਰਦੇ ਹੋ, ਪੂਜਾ ਕਰਦੇ ਹੋ, ਤੁਸੀਂ ਸਿੱਖਾਂ ਦੇ ਬੱਚਿਆਂ ਦੇ ਫੇਕ ਐਨਕਾਊਂਟਰਾਂ ਤੋਂ ਪ੍ਰਭਾਵਿਤ ਹੋ ਕੇ, ਅਕਾਲ ਤਖਤ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਬਿਆਨ ਸਿੰਘ ਦਾ ਕਤਲ ਕੀਤਾ, ਉਹਦੇ ਵਿੱਚ ਤੁਸੀਂ ਸੀਗੇ। ਹੁਣ ਸਵਾਲ ਹੈ ਵੀ ਤੁਸੀਂ ਸਿੱਖ ਹੋ ਤੇ ਤੁਹਾਨੂੰ ਵਰਤ ਰੱਖਣ ਦੀ ਕੀ ਲੋੜ ਹੈ ਨਾ? ਤੁਸੀਂ ਕੀ ਚਾਹੁੰਦੇ ਕੀ ਹੋ? ਤੁਸੀਂ ਚਾਹੁੰਦੇ ਹੋ ਕਿ ਵੀ ਜਿਹੜੀ ਅਕਾਲ ਤਖਤ ਦੇ ਨਿਰਦੇਸ਼ਨ 'ਚ ਜਿਹੜੀ ਤਰਸ ਦੀ ਰਹਿਮ ਦੀ ਅਪੀਲ ਪਾਈ ਹੈ SGPC ਨੇ ਕਿ ਉਹਨਾਂ ਦੀ ਕੈਦ ਮਾਫ ਕੀਤੀ ਜਾਏ, ਉਹ ਵਿਡਰਾ ਕਰੋ। 12 ਸਾਲ ਹੋ ਗਏ ਨਕੁੱਡੇ ਲਾਈਨ ਲੱਗੀ। ਮਤਲਬ ਇੱਕ ਪਾਸੇ ਤੇ ਤੁਸੀਂ ਸਿੱਖ ਕੌਮ ਦੇ ਸੂਰਮੇ ਬਣਦੇ ਹੋ, ਦੂਸਰੇ ਪਾਸੇ ਤੁਹਾਡੇ ਬਿਹਾਫ ਤੇ ਕੋਈ ਕੇਂਦਰ ਸਰਕਾਰ ਨੂੰ ਜਾਂ ਰਾਸ਼ਟਰਪਤੀ ਨੂੰ ਤਰਸ ਦੀ ਅਪੀਲ ਕਰ ਰਿਹਾ, ਮੇਰੇ ਤੇ ਰਹਿਮ ਕਰੋ। ਸਿੱਖਾਂ ਵਿੱਚ ਰਹਿਮ ਕੋਈ ਨਹੀਂ ਹੈਗਾ। ਕਿਸੇ ਕੋਲ ਜਾ ਕੇ ਕਹੋ ਵੀ ਮੇਰੇ ਤੇ ਰਹਿਮ ਕਰ, ਤਰਸ ਕਰ। ਗੁਰੂ ਸਾਹਿਬਾਨਾਂ ਨੇ ਇੰਨੀਆਂ ਲੜਾਈਆਂ ਲੜੀਆਂ, ਇੰਨੇ ਸਿੰਘ ਸ਼ਹੀਦ ਹੋਏ, ਗੁਰੂ ਸਾਹਿਬ ਨੂੰ ਬੰਦੀ ਵੀ ਬਣਾ ਲਿਆ ਗੁਰੂ ਤੇਗ ਬਹਾਦਰ ਜੀ ਨੇ, ਉਹਨਾਂ ਨੇ ਰਹਿਮ ਦੀ ਅਪੀਲ ਨਹੀਂ ਕੀਤੀ। ਇਹ ਟੋਟਲੀ ਗਲਤ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ, ਜਿਹੜੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੈ ਗਿਆਨੀ ਰਘਬੀਰ ਸਿੰਘ ਜੀ, ਉਹਨਾਂ ਦਾ ਪਟਿਆਲੇ ਜੇਲ੍ਹ ਵਿੱਚ ਜਾਣਾ ਤੇ ਉਹਦਾ ਵਰਤ ਤੁੜਾਉਣਾ ਇਹ ਬਿਲਕੁਲ ਸਿੱਖੀ ਉਸੂਲਾਂ ਦੇ ਵਿਰੁੱਧ ਹੈ। ਉਹਨਾਂ ਨੇ ਉਹਨਾਂ ਦੇ ਭੁੱਖ ਹੜਤਾਲ ਨੂੰ ਮਾਨਤਾ ਦੇ ਦਿੱਤੀ ਅਤੇ ਉਸ ਦਾ ਪ੍ਰਭਾਵ ਹੁਣ ਪਏਗਾ ਹੋਰ ਸਿੱਖ ਨੌਜਵਾਨਾਂ 'ਤੇ ਵੀ, ਸਿੱਖਾਂ 'ਤੇ ਵੀ, ਕਿਉਂਕਿ ਇਹ ਜਿਹੜੀ ਵਰਤ ਦੀ ਹੈਗੀ ਪਰੰਪਰਾ, ਇਹ ਪਰੰਪਰਾ ਸ਼ੁਰੂ ਹੋਈ ਹੈ ਭਾਰਤ ਵਿੱਚ। ਮੈਂ ਯੋਗੀਆਂ ਤੋਂ ਇਲਾਵਾ ਗੱਲ ਕਰਨ ਲੱਗਾ। ਮਹਾਤਮਾ ਗਾਂਧੀ ਜਿਹੜੀ ਦੇਸ਼ ਦੀ ਫਰੀਡਮ ਦੀ ਲੜਾਈ ਸੀ, ਉਹਦੇ 'ਚ ਉਹ ਵਰਤ ਰੱਖਦੇ ਸੀ। ਅੰਗਰੇਜ਼ ਜਿਹੜੇ ਸੀ ਨਾ, ਕਈ ਗੱਲਾਂ 'ਚ ਡੈਮੋਕ੍ਰੈਟਿਕ ਸੀਗੇ ਅਤੇ ਕਈ ਗੱਲਾਂ 'ਚ ਉਹ ਬੜੇ ਜ਼ਾਲਮ ਵੀ ਸੀ। ਸਾਡੇ ਹਿੰਦੁਸਤਾਨ 'ਤੇ ਕਬਜ਼ਾ ਕੀਤਾ ਸੀ, ਇੱਥੋਂ ਉਹਨਾਂ ਦਾ ਜੋ ਬਾਕੀ ਕਿਰਦਾਰ ਸੀ ਉਹ ਜ਼ਾਲਮ ਵਾਲਾ ਹੀ ਸੀ। ਸੋ ਮਹਾਤਮਾ ਗਾਂਧੀ ਨੇ ਕਈ ਵਰਤ ਰੱਖੇ ਅਤੇ ਕਈ ਵਰਤ ਉਹਨੇ ਜਦੋਂ ਉਹਨੂੰ ਲੱਗਿਆ ਉਹਨੇ ਤੋੜ ਦਿੱਤੇ। ਤੋ ਸਿੱਖ ਪਰੰਪਰਾ ਵਿੱਚ ਤੁਸੀਂ ਇਹ ਹੈ ਨਹੀਂ। ਔਰ ਇਹ ਤੁਸੀਂ ਇੰਸਪੀਰੇਸ਼ਨ ਲਈਏ, ਜਾਂ ਜਿਵੇਂ ਮੈਂ ਯੋਗ ਅੱਠ ਦੇ ਦੱਸੇ ਯੋਗੀਆਂ ਤੋਂ, ਯੋਗ ਅੱਠ ਇੱਕ ਪੂਰੀ ਸੰਪਰਦਾਇ ਹੈ ਹਿੰਦੂ ਧਰਮ 'ਚ, ਅਤੇ ਜਾਂ ਫਿਰ ਤੁਸੀਂ ਪ੍ਰੇਰਿਤ ਹੋਏ ਹੋ ਮਹਾਤਮਾ ਗਾਂਧੀ ਤੋਂ। ਸਿੱਖਾਂ ਦਾ ਸੂਰਮੇ ਦਾ ਇਹ ਕੰਮ ਨਹੀਂ ਹੈਗਾ ਵੀ ਉਹ ਵਰਤ ਰੱਖੇ। ਜਦ ਤੁਸੀਂ ਉਸ ਦਾ ਕਤਲ ਕੀਤਾ ਹੈ ਅਤੇ ਮੰਨਦੇ ਵੀ ਹੋ, ਤੁਹਾਨੂੰ ਫਾਂਸੀ ਵੀ, ਅਤੇ ਤੁਹਾਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਇੱਕ ਤਾਂ ਤੁਹਾਡਾ ਇਹ ਆ ਗਿਆ, ਵਿਚਾਰ ਆ ਗਿਆ ਸਾਹਮਣੇ ਕਿ ਜਿਹੜਾ ਉਹਨਾਂ ਨੇ ਆਪਣਾ ਰਸਤਾ ਅਪਣਾਇਆ ਜਾਂ ਭੁੱਖ ਹੜਤਾਲ ਵਾਲੀ ਗੱਲ ਆਖੀ, ਇਹ ਸਿਧਾਂਤਾਂ ਤੇ ਉਲਟਾ ਹੈ। ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਤੇ SGPC ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ, ਜੋ ਹੁਣ ਉਹ ਕਰ ਰਹੇ ਨੇ ਇਸ ਦੇ ਆਲੇ ਦੁਆਲੇ ਜਿਹੜੀ ਸਿਆਸਤ ਚੱਲ ਜਿਹੜੀ ਇਹ ਸਾਰੀ 1.5 ਸਾਲ ਹੋ ਗਿਆ, ਇੱਕ ਕਮੇਟੀ ਬਣੀ ਸੀ 9 ਮੈਂਬਰੀ ਜੀ, ਜੂਨ 2022 'ਚ, ਉਹਨੂੰ 1.5 ਸਾਲ ਹੋ ਗਿਆ। 1.5 ਸਾਲ ਚੁੱਪ ਰਹੀ SGPC ਵੀ ਤੇ ਅਕਾਲ ਤਖਤ ਵੀ। ਹੁਣ ਉਹਨਾਂ ਨੂੰ ਕੀ ਹੋ ਗਿਆ ਕਿ ਉਹ ਉਤੇਜਿਤ ਹੋ ਗਏ ਨੇ ਵੀ ਹੁਣ ਇਹਨੂੰ ਛੁਡਾਇਆ ਜਾਏ। ਦੂਜਾ ਇਹ ਹੈ ਵੀ SGPC ਨੂੰ ਇਹ ਸਿੱਖਾਂ ਦੀ ਸਭ ਤੋਂ ਸਰਵਉੱਚਤਮ ਸੰਸਥਾ, ਉਹਦਾ ਪ੍ਰਧਾਨ ਤਰਸ ਦੀਆਂ ਅਪੀਲਾਂ ਕਰ ਰਿਹਾ। ਇਹ ਬੜੀ ਸ਼ਰਮਨਾਕ ਗੱਲ ਹੈ। ਉਸ ਤੋਂ ਵੀ ਸ਼ਰਮਨਾਕ ਗੱਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪਣੇ ਪਦਵੀ ਦੀ ਗਰਿਮਾ ਵਿੱਚ ਨਾ ਰਹਿ ਕੇ ਜੇਲ੍ਹ ਵਿੱਚ ਗਿਆ। ਉਹਦੀ ਕੋਈ ਜਾਣਾ ਨਹੀਂ ਸੀ ਬੰਦਾ। ਸੋ ਇਹ ਸਾਨੂੰ ਸਿੱਖਾਂ ਨੂੰ ਕਈ ਗੱਲਾਂ ਸਮਝਣੀਆਂ ਪੈਣਗੀਆਂ ਕਿ ਬੰਦੀ ਸਿੰਘ ਹੈਗੇ 30। SGPC ਨੇ ਜਿਹੜਾ ਮੈਮੋਰੈਂਡਮ ਦਿੱਤਾ ਗਵਰਨਰ ਪੰਜਾਬ ਨੂੰ, ਉਹ 8-9 ਬੰਦਿਆਂ ਦਾ ਦਿੱਤਾ ਵੀ ਇਹ ਬੰਦੀ ਸਿੰਘ ਜੀ। ਜਿਹੜਾ ਮੁਹਾਲੀ ਦੇ ਇੱਥੇ ਬਾਰਡਰ 'ਤੇ ਬੈਠਾ ਕੌਮੀ ਇਨਸਾਫ ਮੋਰਚੇ ਵਾਲਾ ਬੰਦੀਆਂ ਸਿੰਘਾਂ ਦਾ, ਚਾਹੇ ਰਾਜੋਆਣਾ ਕਹਿੰਦਾ ਵੀ ਤੁਸੀਂ ਮੇਰਾ ਕੇਸ ਨਾ ਲਓ, ਪਰ ਉਹਨਾਂ ਨੇ ਤਾਂ ਸਮੁੱਚਾ ਸਭ ਦਾ ਲੈਣਾ, ਉਹਨਾਂ ਨੇ ਇਹ ਤਾਂ ਵੀ ਲਿਆ। ਸੋ ਉਹਨਾਂ ਦੇ 31 ਹੈਗੇ। ਤੋ ਜਿਹੜਾ ਸਿੱਖ ਸੰਸਥਾਵਾਂ, ਉਹਨਾਂ ਦਾ ਬੰਦੀ ਸਿੰਘਾਂ ਦਾ ਸੰਕਲਪ ਵੱਖਰਾ ਵੱਖਰਾ ਹੈ।
ਇਹ ਤਾਂ ਇੱਕ ਤਰ੍ਹਾਂ ਦਾ ਮੌਕਾ ਹੀ ਦੇ ਦਿੱਤਾ ਗਿਆ ਹਕੂਮਤ ਨੂੰ ਕਿ ਬੰਦੀ ਸਿੰਘ ਵੀ ਵੱਖੋ ਵੱਖਰੇ ਨੇ, ਵੀ ਕੋਈ ਕਿਸੇ ਨੂੰ ਮੰਨਦਾ ਕੋਈ ਨਹੀਂ ਮੰਨਦਾ। ਇਹ ਤਾਂ ਦੁਫਾੜ ਹੋ ਗਈਆਂ ਗੱਲਾਂ। ਦੇਖੋ ਬੰਦੀ ਸਿੰਘ ਤੇ ਜਿਹੜੀ ਵੋਟ ਬੈਂਕ ਪੋਲਿਟਿਕਸ ਹੈ, ਬੰਦੀ ਸਿੰਘਾਂ ਨੂੰ ਸਮਝ ਹੋਣੀ ਚਾਹੀਦੀ ਹੈ। ਉਹਦੇ ਦਾਲੇ ਉਹਨਾਂ ਦਾ ਇਸ਼ੂ ਘੁੰਮ ਰਿਹਾ, ਕਿਸੇ ਨੂੰ ਕੋਈ ਸਿੰਪਥੀ ਨਹੀਂ। ਜੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਨੂੰ ਸਿੰਪਥੀ ਹੁੰਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ, ਤੇ ਉਹਨਾਂ ਦਾ 10 ਸਾਲ ਸਰਕਾਰ ਰਹੀ ਹੈ। ਕੇਂਦਰ 'ਚ ਉਹਨਾਂ ਦੀ ਭਾਈਵਾਲੀ ਸੀ ਪ੍ਰਾਈਮ ਮਿਨਿਸਟਰ ਮੋਦੀ ਨਾਲ, ਤੇ ਉਹਨਾਂ ਨੇ ਨਾ ਕਦੀ ਕੋਈ ਚਿੱਠੀ ਲਿਖੀ ਹੈ, ਨਾ ਕੋਈ ਕਦੀ ਸਟੇਟਮੈਂਟ ਦਿੱਤੀ ਹੈ ਕਿ ਬੰਦੀ ਸਿੰਘਾਂ ਨੂੰ ਛੱਡਿਆ ਜਾਏ। ਇਸ ਖਾਸ ਪੋਲਿਟਿਕਸ ਦੇ ਪਿੱਛੇ ਕਾਰਨ ਕੀ ਨਜ਼ਰ ਆਉਂਦੇ ਆ ਤੁਸੀਂ ਜਦੋਂ ਇਹਨਾਂ ਦੀ ਪੜਤਾਲ ਘੋਖ ਕੀਤੀ? ਦੇਖੋ ਇਵੇਂ ਆ ਵੀ ਕੋਈ ਵੀ ਨਹੀਂ ਚਾਹੁੰਦਾ ਵੀ ਇਹਨਾਂ ਨੂੰ ਛੱਡਿਆ ਜਾਏ, ਕਿਉਂਕਿ ਜਦੋਂ ਤੁਸੀਂ ਇਹਨਾਂ ਨੂੰ ਛੁਡਾਉਣ ਦੀ ਗੱਲ ਕਰਦੇ ਹੋ ਤੇ ਜਿਹੜੀ ਪੰਜਾਬ ਦੀ ਨਾਨ ਸਿੱਖ ਵੋਟ ਹੈ ਉਹ ਤੁਹਾਡੇ ਵੱਲੋਂ ਪੈਰਾਂ ਥੱਲੋਂ ਖਿਸਕਦੀ ਹੈ, ਤੁਹਾਡੇ ਹੱਥਾਂ 'ਚੋਂ ਬਾਹਰ ਜਾਂਦੀ ਹੈ। ਪਰ ਅਕਾਲੀ ਦਲ ਦੇ ਪ੍ਰਧਾਨ ਤੇ ਖੁਦ ਜ਼ੋਰ ਲਾ ਰਹੇ ਅੱਜ ਕੱਲ੍ਹ ਕਿ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ। ਦੇਖੋ ਇਹ ਜੋ ਕਿਹੜਾ ਜ਼ੋਰ ਲਾ ਰਹੇ ਨੇ ਨਾ, ਪ੍ਰਾਈਮ ਮਿਨਿਸਟਰ ਨੂੰ ਮਿਲਣ 1.5 ਸਾਲ ਹੋ ਗਿਆ। 1.5 ਸਾਲ ਪਹਿਲੇ ਫੈਸਲਾ ਹੋਇਆ ਸੀ ਤੇ 9 ਮੈਂਬਰੀ ਕਮੇਟੀ ਬਣਾਈ ਸੀ, ਤੇ 1.5 ਸਾਲ 'ਚ ਇੱਕ ਵਾਰੀ ਵੀ ਕੋਈ ਡੈਲੀਗੇਸ਼ਨ ਗਿਆ ਪ੍ਰਾਈਮ ਮਿਨਿਸਟਰ ਨੂੰ ਮਿਲਣ, ਹੋਮ ਮਿਨਿਸਟਰ ਨੂੰ ਮਿਲਣ ਜਾਂ ਪੰਜਾਬ ਦੇ ਗਵਰਨਰ ਨੂੰ ਮਿਲਣ? ਹਰਸਿਮਰਤ ਕੌਰ ਬਾਦਲ ਨੇ ਤੇ ਆਵਾਜ਼ ਚੁੱਕੀ ਸੀ ਪਾਰਲੀਮੈਂਟ ਦੇ ਆਵਾਜ਼। ਉਹ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਇਹ ਹੈਗੀਆਂ ਪ੍ਰਾਪੇ ਗੰਡੇ ਦੀਆਂ। ਇਹ ਗੱਲਾਂ ਹੈਗੀਆਂ ਕਿ ਕਰਨਾ ਕੁਝ ਨਹੀਂ, ਹਾਂਜੀ ਜੀ, ਤੇ ਪ੍ਰਾਪੇ ਗੰਡੇ ਵਿੱਚ ਆਪਣਾ ਨਾਂ ਉੱਪਰ ਰੱਖਣਾ। ਸਿਰਫ ਕੀ ਇਹ ਦਿਖਾਵਾ ਲੱਗਦਾ ਤੁਹਾਨੂੰ? ਦਿਖਾਵਾ। ਜੇ ਉਹ ਦਿਖਾਵਾ ਨਹੀਂ ਤੇ ਉਹ ਕੇਂਦਰ ਵਿੱਚ ਕੈਬਨਿਟ ਮਿਨਿਸਟਰ ਰਹੀ ਹੈ 8.5 ਸਾਲ, ਤੇ ਉਹਨੇ ਕਦੀ ਕੈਬਨਿਟ 'ਚ ਕਦੀ ਕਿਹਾ ਪ੍ਰਾਈਮ ਮਿਨਿਸਟਰ ਨੂੰ ਵੀ ਇਹ ਬੰਦੇ ਛੱਡ ਦਿਓ, ਜਾਂ ਪਾਰਲੀਮੈਂਟ 'ਚ ਉੱਠ ਕੇ ਕਿਹਾ ਹੋਵੇ? ਸੋ ਇਹ ਸਭ ਡਰਾਮੇਬਾਜ਼ੀ ਹੈ, ਪ੍ਰਾਪੇਗੰਡਾ ਹੈ। ਬੰਦੀ ਸਿੰਘਾਂ ਨੂੰ ਵੀ ਪਤਾ ਹੈ ਇਹ ਪ੍ਰਾਪੇਗੰਡਾ। ਸਿਰਫ ਹੈ ਕਿ ਹੁਣ ਸੁਖਬੀਰ ਦੇ ਪੈਰ ਲੱਗ ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਦੇ। ਜੋ ਕੰਮ ਆਮ ਆਦਮੀ ਪਾਰਟੀ ਕਰੀ ਜਾ ਰਹੀ ਹੈ ਉਹਦੇ ਨਾਲ ਉਹਦੀਆਂ ਜੜ੍ਹਾਂ ਪੱਕੀਆਂ ਹੋ ਰਹੀਆਂ। ਅਗਲੀ ਚੋਣਾਂ 'ਚ 92 ਸੀਟਾਂ ਨਹੀਂ ਲਏਗੀ ਤੇ 72 ਲੈ ਜਾਏਗੀ ਸਰਕਾਰ, ਤੇ ਉਹਦੀ ਬਣੇਗੀ। ਕਿੰਨੀਆਂ ਘਟਾਓਗੇ? ਤੁਹਾਡੇ ਨਾਲ ਤੇ ਕੋਈ ਆ ਹੀ ਨਹੀਂ ਰਿਹਾ। ਸੋ ਉਹਨੂੰ ਹੁਣ ਮੁੜ ਸੁਰਜੀਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਉਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੀ ਲੱਗੀ ਹੈ ਕਮੇਟੀ, ਉਹਦੇ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ ਲੱਗੇ। ਹੁਣ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ, ਸਾਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਸਿੱਖ ਕੌਮ ਦਾ ਜਥੇਦਾਰ ਹੈ। ਅਕਾਲ ਤਖਤ ਦੀ ਜਿਹੜੀ ਪਦਵੀ ਹੈ, ਜਦੀ ਉਹਦੇ ਤੇ ਤੁਸੀਂ ਸਥਾਪਿਤ ਹੋ ਜਾਂਦੇ ਹੋ, ਚਾਹੇ ਤੁਹਾਨੂੰ ਕੋਈ ਕਰੇ, ਐਸਜੀ ਪਰੇ ਕਰੇ, ਐਸਜੀਪੀ ਨੂੰ ਸੁਖਬੀਰ ਬਾਦਲ ਕਹੇ ਜਾਂ ਵਲਟੋਆ ਕਹਿ ਦੇ, ਜਾਂ ਆਪਣਾ ਬਿਕਰਮਜੀਤ ਮਜੀਠੀਆ ਨੇ ਇਹਨਾਂ ਨੂੰ ਲਵਾਇਆ, ਕਿਸੇ ਨੇ ਲਵਾਇਆ। ਪਰ ਜਦੋਂ ਤੁਸੀਂ ਉਸ ਪਦਵੀ ਤੇ ਸਥਾਪਿਤ ਹੋ ਗਏ, ਉਸ ਪਦਵੀ ਦੀ, ਅਕਾਲ ਤਖਤ ਦੀ ਸੰਸਥਾ ਦਾ ਮਾਲਕ ਹੈ ਸਾਰੀ ਸਿੱਖ ਕੌਮ। ਚਾਹੇ ਕੋਈ ਅਮਰੀਕਾ 'ਚ ਬੈਠਾ ਹੈ, ਚਾਹੇ ਕੋਈ ਰਸ਼ੀਆ 'ਚ ਬੈਠਾ ਹੈ, ਦੁਨੀਆ 'ਚ ਕਿੱਥੇ ਵੀ ਬੈਠਾ ਹੈ, ਇਟਲੀ ਬੈਠਾ ਹੈ, ਸਵਿਟਜ਼ਰਲੈਂਡ। ਸੋ ਤੁਸੀਂ ਅਕਾਲ ਤਖਤ ਨੂੰ ਵਰਤ ਰਹੇ ਹੋ ਇੱਕ ਪਾਰਟੀ ਲਈ। ਤੁਹਾਨੂੰ ਕਿੱਥੇ ਕਿੱਥੇ ਲੱਗਦਾ ਕਿ ਗਿਆਨੀ ਰਘਬੀਰ ਸਿੰਘ ਮੌਜੂਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦੀ ਅਗਵਾਈ ਨਹੀਂ ਕਰ ਰਹੇ, ਕਿਸੇ ਇੱਕ ਪਾਰਟੀ ਦੇ ਖਾਤਰ ਚੱਲ ਰਹੇ? ਦੇਖੋ, ਕੋਈ ਪਹਿਲੇ ਗੱਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪਹਿਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਿੱਖ ਪਾਰਟੀ ਨਹੀਂ। ਉਹਨਾਂ ਨੇ ਰੈਜ਼ੋਲੂਸ਼ਨ ਮੋਗੇ ਕਾਨਫਰੰਸ ਤੇ ਪਾਸ ਕਰਕੇ ਕੀਤਾ ਕਿ ਅਸੀਂ ਹੁਣ ਪੰਜਾਬੀ ਪਾਰਟੀ। ਠੀਕ ਹੈ, ਉਹਨਾਂ ਦਾ ਐਸਜੀਪੀਸੀ ਤੇ ਕਬਜ਼ਾ, ਐਸਜੀਪੀਸੀ ਤੇ ਕਬਜ਼ਾ, ਤੇ ਅਕਾਲ ਤਖਤ ਦਾ ਜਥੇਦਾਰ ਐਸਜੀਪੀਸੀ ਲਗਾਉਂਦੀ ਹੈ ਤੇ ਉਹੀ ਹਟਾਉਂਦੀ ਹੈ। ਤੇ ਸੋ ਇਹ ਸਿੱਖ ਪਾਰਟੀ ਹੈ ਹੀ ਨਹੀਂ, ਮੈਂ ਤਾਂ ਨਹੀਂ ਮੰਨਦਾ। ਨਾ ਹੀ ਉਹਨਾਂ ਦੇ ਲੀਡਰਾਂ ਵਿੱਚ, ਉਹਨਾਂ ਦੇ ਮੁੱਖ ਲੀਡਰ ਕੌਣ ਹੈ? ਹਰਸਿਮਰਤ ਬਾਦਲ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਵਿਰਸਾ ਸਿੰਘ ਵਲਟੋਆ। ਭੁੰਦੜ ਸਾਹਿਬ ਬਣੇ ਨਹੀਂ, ਭੁੰਦੜ ਸਾਹਿਬ ਦੇ ਪਿੱਛੇ ਐਵੇਂ ਨਾ, ਪਿੱਛੇ ਪਿਛਲੇ
2 ਨੰਬਰ ਦੇ ਲੀਡਰ ਹੈ, ਅਸਲੀ ਲੀਡਰ ਤੇ ਟੱਬਰ ਹੈ। ਇਹਨਾਂ ਨੂੰ ਕਹੋ ਵੀ ਇਹ ਮੂੰਹ ਜ਼ਬਾਨੀ ਜਪਚੀ ਸਾਹਿਬ ਸੁਣਾ ਦੇਣ, ਹਰਸਿਮਰਤ ਕੌਰ, ਸੁਖਬੀਰ ਬਾਦਲ ਜਾਂ ਮਜੀਠੀਆ। ਤੇ ਜੇ ਉਹਨਾਂ ਚ ਕੋਈ ਵੀ ਸੁਣਾ ਦਿੰਦਾ ਤੇ ਫਿਰ ਮਤਲਬ ਮੰਨ ਲੈਣਾ ਚਾਹੀਦਾ ਪੰਜਾਬੀਆਂ ਨੂੰ ਵੀ ਸਿੱਖਾਂ ਦੀ ਪਾਰਟੀ? ਨਹੀਂ, ਫਿਰ ਵੀ ਨਹੀਂ ਮੰਨਣਾ ਚਾਹੀਦਾ। ਉਹ ਕਿਉਂ? ਉਹ ਇਸ ਲਈ ਨਹੀਂ ਵੀ ਜੇ ਮੈਂ ਕਹਿ ਦਿੱਤਾ ਤੁਸੀਂ ਮੰਨ ਲਓ ਤੇ ਤੁਸੀਂ ਰੱਟੇ ਲਾ ਕੇ ਤੇ ਆ ਕਹੋ ਜੀ ਮੈਂ ਮੰਨ ਲਿਆ, ਹੁਣ ਮੈਨੂੰ ਸਿੱਖ ਟਿਕ ਲਿਆ, ਮੈਂ ਨਹੀਂ ਕਰੂੰਗਾ। ਇਹਨਾਂ 'ਚੋਂ ਅੰਮ੍ਰਿਤਧਾਰੀ ਕੌਣ ਕੌਣ ਹੈ ਸਮਝਿਆ? ਇੱਕ ਪਿੱਛੇ ਲੀਡਰ ਸੀਗਾ, ਅਕਾਲੀਆਂ ਦੇ ਲੀਡਰ ਦੀ ਗੱਲ ਕਰ ਰਿਹਾ, ਉਹਦੀ ਦਾੜੀ ਸਾਰੀ ਕਾਲੀ ਸੀਗੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹਦੇ ਪਿਤਾ ਦੀ ਡੈਥ ਹੋ ਗਈ ਤੇ ਫਿਰ ਉਹਨੂੰ ਕਲਫ ਲਾਉਣ ਦਾ ਟਾਈਮ ਨਹੀਂ ਮਿਲਿਆ, ਦਾੜੀ ਖੋਲ੍ਹਣੀ ਪਈ ਤੇ ਨਹਾਉਣਾ ਤਾਂ ਹੁੰਦਾ ਹੀ ਹੈ ਰੋਜ਼, ਉਹ ਫਿੱਕੀ ਪੈ ਗਈ, ਥੱਲੋਂ ਚਿੱਟੀ ਨਿਕਲ ਆਈ ਤੇ ਕੁਝ ਲੰਬੀ ਵੀ ਹੋ ਗਈ, ਸਮਝਿਓ ਜੀ। ਤੋ ਉਹ ਤੁਸੀਂ ਇੰਟਰਨੈਟ ਤੋਂ ਫੋਟੋਆਂ ਉਤਾਰੋ ਤੇ 3 ਫੋਟੋਆਂ 1 2 3 ਲਾ ਕੇ ਦੇਖ ਲਓ ਵੀ ਤੁਹਾਨੂੰ ਉੱਥੇ ਸਿੱਖੀ ਲੱਭਦੀ ਉਹਦੇ 'ਚ। ਸੋ ਸਾਨੂੰ ਕਈ ਗੱਲਾਂ ਜਿਹੜੀਆਂ ਨਾ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ। ਬੀਬੀ ਜਗੀਰ ਕੌਰ ਦੇ ਤੇ ਭਰਭੱਟਿਆਂ ਦੀ ਗੱਲਾਂ ਕਰਦਾ ਵਲਟੋਆ, ਤੇ ਵਲਟੋਆ ਕਿਉਂ ਨਹੀਂ ਦੇਖਦਾ ਬਾਕੀ ਜਨਾਨੀਆਂ ਵੱਲ? ਦੇਖ ਕੇ ਦੱਸੇ ਨਾ ਵੀ ਭਾਈ ਜੇ ਉਹਦੀਆਂ ਨਹੀਂ ਹੈਗੀਆਂ ਤੇ ਇਹਨਾਂ ਦੀਆਂ ਵੀ ਤਾਂ ਨਹੀਂ ਹੈਗੀਆਂ ਨਾ। ਸਾਰੀਆਂ ਦੇ ਭਰਭੱਟੇ ਫੋਟੋਆਂ ਖਿੱਚ ਕੇ ਲਾਏ ਵਲਟੋਆ। ਜਿੱਥੋਂ ਤੱਕ ਰਹੀ ਗੱਲ ਬੰਦੀ ਸਿੰਘਾਂ ਦੀ ਗੱਲ, ਜਿਹੜੀ ਸਿਆਸਤ ਹੁਣ ਤੱਕ ਹੋਈ ਹੈ ਉਹਦੇ 'ਚ ਤੁਹਾਨੂੰ ਕਿੱਥੇ ਕਿੱਥੇ ਲੱਗਦਾ ਕਿ ਆਹ ਕੰਮ ਜਿਹੜਾ ਹੋ ਰਿਹਾ ਗਲਤ ਹੋ ਰਿਹਾ, ਹੋਣਾ ਇਹ ਚਾਹੀਦਾ? ਸਰ ਕੋਈ ਕੰਮ ਵੀ ਠੀਕ ਨਹੀਂ ਹੋਇਆ। ਕਿਸੇ ਨੇ ਤਹਿ ਦਿਲੋਂ ਸਿੰਸੈਰਿਟੀ ਨਾਲ ਉਹਨਾਂ ਨੂੰ ਜੇਲੋਂ ਬਾਹਰ ਕੱਢਣ ਦਾ ਨਾ ਯਤਨ ਕੀਤਾ ਤੇ ਨਾ ਉਦਮ ਕੀਤਾ, ਨਾ ਹੀ ਉਹ ਚਾਹੁੰਦੇ ਨੇ ਬਾਹਰ ਆਉਣ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕੀਤੀ ਜਾਂ SGPC ਦੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਰੋਲ ਨਿਭਾ ਰਹੇ ਆ, ਪਰ ਆਮ ਆਦਮੀ ਪਾਰਟੀ ਦੇ ਇੱਕ MP ਰਾਜ ਸਭਾ 'ਚ ਬੜੇ ਬੋਲੇ ਜ਼ੋਰ ਸ਼ੋਰ ਦੇ ਨਾਲ, ਸਾਹਨੀ ਸਾਹਿਬ, ਉਹ ਕਹਿੰਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਉਹਨਾਂ ਦੇ ਸਟੈਂਡ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੋਈ ਵੀ ਆ, ਪਹਿਲੇ ਤੇ ਮੈਂ ਤੁਹਾਨੂੰ ਸਟੈਂਡ ਦੱਸਦਾ SGPC ਦਾ ਤੇ ਅਕਾਲ ਤਖਤ ਦੇ ਜਥੇਦਾਰ ਦਾ। ਮਈ 2022 'ਚ 9 ਮੈਂਬਰੀ ਕਮੇਟੀ ਬਣੀ ਸੀ ਜੀ, ਜਿਹੜੀਆਂ ਸੰਗਰੂਰ ਦੀ ਇਲੈਕਸ਼ਨ ਤੋਂ ਪਹਿਲੇ ਜੀ। ਉਹ 9 ਨੰਬਰੀ ਕਮੇਟੀ ਦੀ ਬੰਦੀ ਸਿੰਘਾਂ ਲਈ ਸੀ, ਮੀਟਿੰਗ ਹੀ ਨਹੀਂ ਹੋਈ 1.5 ਸਾਲ। ਤੁਸੀਂ ਕੀ ਕਹੋਗੇ, ਸਿੰਸੀਅਰ ਹਨ ਜੀ? ਉਹ 1.5 ਸਾਲ ਬਾਅਦ ਹੁਣ ਕੀ ਉਹਨਾਂ ਨੂੰ ਖਾਜ ਹੋਈ ਹੈ ਕਿ ਉਹ ਫਿਰ ਉੱਠ ਕੇ ਖੜੇ ਹੋ ਗਏ ਜੀ ਬੰਦੀ ਸਿੰਘਾਂ ਦੇ? ਕੋਈ ਕਾਰਨ ਦੱਸੋ ਨਾ। ਤੁਸੀਂ ਕਹਿੰਦੇ ਹੋ ਸਿੰਸੀਅਰ ਹੈ, ਮੈਂ ਕਹਿੰਦਾ ਇਹ ਦੱਸੋ ਫਿਰ 1.5 ਸਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿੱਥੇ ਰਹੇ ਤੇ ਉਹ ਕਿੱਥੇ ਰਹੇ? ਉਹਨਾਂ ਦੇ ਕਹਿਣ ਤੇ ਕਮੇਟੀ ਬਣੀ ਸੀ, ਉਹਨਾਂ ਨੇ ਕਦੀ ਪੁੱਛਿਆ ਭਾਈ ਕਮੇਟੀ ਵਾਲਿਓ ਕਰੋ ਕੁਝ, ਕੀ ਕੀਤਾ? ਹੁਣ ਇਹ ਕਮੇਟੀ ਬਣ ਗਈ ਹੈ, ਤੁਹਾਨੂੰ ਵਿਸ਼ਵਾਸ ਹੋਊਗਾ ਇਸ ਕਮੇਟੀ ਤੇ? ਸੰਦੀਪ ਸਿੰਘ ਜੀ, ਮੈਨੂੰ ਕੋਈ ਵਿਸ਼ਵਾਸ ਨਹੀਂ। ਹੁਣ 5 ਦੀ ਬਣ ਗਈ, ਹੁਣ ਵਿੱਚ ਮੁਖੀ ਪਾ ਲਏ, ਮੁੱਖ ਕੀ ਚੀਫ ਐਡੀਟਰ ਸਾਹਿਬ ਆ ਗਏ ਸਰਦਾਰ ਬਰਜਿੰਦਰ ਸਿੰਘ ਜੀ। ਹੁਣ ਸਰਦਾਰ ਬਰਜਿੰਦਰ ਸਿੰਘ ਜੀ ਕਿਉਂਕਿ ਮਿਲ ਕੇ ਆਏ ਨਾ ਮੋਦੀ ਸਾਹਿਬ ਨੂੰ, ਜਦੋਂ ਉਹਨਾਂ ਦਾ ਪੇਚਾ ਪੈ ਗਿਆ ਭਗਵੰਤ ਮਾਨ ਨਾਲ ਤੇ ਉਹਨਾਂ ਦੀ ਕਰਪਸ਼ਨ ਦੇ ਕੇਸ ਦੀ, ਦੋਸ਼ਾਂ ਦੀ ਇਨਕੁਆਇਰੀ ਸ਼ੁਰੂ ਹੋ ਗਈ, ਜਿਹੜਾ ਉੱਥੇ ਸ਼ਹੀਦਾਂ ਦਾ ਆਜ਼ਾਦੀ ਦੇ ਨੇਤਾਵਾਂ ਦਾ ਬਣਿਆ ਹੋਇਆ, ਸੈਲਾਨੀਆਂ ਦਾ ਕਰਤਾਰਪੁਰ ਯਾਦ ਬਣੀ ਹੈ ਨਾ, ਉਹਦੇ ਆਲੇ ਨਾਲ ਸੀ, ਚੇਅਰਮੈਨ ਸੀ। ਇਨਵੈਸਟੀਗੇਸ਼ਨ ਸ਼ੁਰੂ ਹੋ ਗਈ। ਉਹਦੇ ਬਾਅਦ ਉਹਨਾਂ ਨੂੰ ਡੱਗਾ ਵੀ ਮੈਨੂੰ ਅੰਦਰ ਨਾ ਕਰ ਦੇਣ, ਫਿਰ ਉਹਨਾਂ ਨੇ ਟਾਈਮ ਲਿਆ ਪ੍ਰਾਈਮ ਮਿਨਿਸਟਰ ਤੋਂ, ਪ੍ਰਾਈਮ ਮਿਨਿਸਟਰ ਨੂੰ ਮਿਲੇ। ਪ੍ਰਾਈਮ ਮਿਨਿਸਟਰ ਆਉਣ ਤੋਂ ਬਾਅਦ ਉਹਨਾਂ ਦੀ ਸਾਰੀ ਅਖਬਾਰ ਦੀ ਪਾਲਿਸੀ ਪ੍ਰੋ BJP ਹੋ ਗਈ। ਹੁਣ ਉਹ ਇਸ ਕਮੇਟੀ 'ਚ ਇਸ ਕਰਕੇ ਪਾਏ ਗਏ ਨੇ ਬਈ ਉਹ ਪ੍ਰਾਈਮ ਮਿਨਿਸਟਰ ਦੇ ਨੇੜੇ ਨੇ। ਪ੍ਰਾਈਮ ਮਿਨਿਸਟਰ ਦੀ ਤਾਂ ਲੋੜ ਹੀ ਨਹੀਂ। ਗੱਲ ਇਹ ਹੈ ਕਿ ਰਾਜੋਆਣਾ ਦਾ ਜਿਹੜਾ ਕਤਲ ਕੇਸ ਹੈ ਉਹ ਬਿਆਨ ਸਿੰਘ ਦਾ, ਉਹਦਾ ਵਕੂਆ ਸੈਕਟਰੀਏਟ ਪੰਜਾਬ ਚੰਡੀਗੜ੍ਹ 'ਚ ਹੈ, ਤੇ ਇਹ ਜਿਹੜਾ ਇੱਥੋਂ ਦਾ ਐਡਮਿਨਿਸਟ੍ਰੇਟਰ ਹੈ, ਗਵਰਨਰ ਕੋਲ ਤੇ ਪਾਵਰ ਹੁੰਦੀ ਹੈ ਕਿ ਉਹ ਤੁਹਾਡੀ ਕੈਦ ਘਟਾ ਸਕਦਾ, ਤੁਹਾਨੂੰ ਮਾਫੀ ਵੀ ਦੇ ਸਕਦਾ। ਇੱਕ ਕਾਨੂੰਨ ਹੈ 433 ਸੈਕਸ਼ਨ ਹੈ CRPC ਦਾ, ਉਹਦੇ ਵਿੱਚ ਗਵਰਨਰ ਕੋਲ ਪਾਵਰ ਹੈ ਕਿ ਜੇ ਕੋਈ ਕੈਦੀ ਉਮਰ ਕੈਦੀ 14 ਸਾਲ ਰਿਹਾ, ਕੈਦ ਕੱਟ ਚੁੱਕਾ ਅਤੇ ਉਸ ਦਾ ਜੇਲ੍ਹ ਵਿੱਚ ਚਾਲ ਚੱਲਣ ਵਧੀਆ ਸੀ,
ਤੇ ਉਸ ਦੀ ਉਹ ਰਿਮਿਟ ਕਰ ਸਕਦਾ, ਉਹਨੂੰ ਮਾਫੀ ਦੇ ਸਕਦਾ। ਇਸ ਕੇਸ 'ਚ ਇਹ ਹੈ ਵੀ ਜਿਹੜਾ ਲੈਫਟੀਨੈਂਟ ਜਿਹੜਾ ਐਡਮਿਨਿਸਟ੍ਰੇਟਰ ਹੈ ਚੰਡੀਗੜ੍ਹ ਦਾ, ਉਹਦੇ ਕੋਲ ਪਾਵਰ ਨਹੀਂ ਹੈਗੀ। ਉਹਨੂੰ ਕੇਸ ਭੇਜਣਾ ਪਏਗਾ ਹੋਮ ਮਿਨਿਸਟਰੀ ਨੂੰ, ਅਮਿਤ ਸ਼ਾਹ ਜੀ ਕੋਲ, ਤੇ ਅਮਿਤ ਸ਼ਾਹ ਜੀ ਫਿਰ ਉਹਨੂੰ ਰਿਕਮੈਂਡ ਕਰਕੇ ਭੇਜਣਗੇ ਰਾਸ਼ਟਰਪਤੀ ਕੋਲ ਜੀ। ਤੋ ਰਾਸ਼ਟਰਪਤੀ ਮੁਰਮੂ ਜੀ ਫਿਰ ਉਹਨੂੰ ਅਸੈਪਟ ਕਰਕੇ ਤੇ ਉਹਨਾਂ ਦੀ ਰਿਹਾਈ ਦੇ ਆਰਡਰ ਕਰ ਸਕਦੇ ਨੇ ਜਾਂ ਫਾਂਸੀ ਤੋਂ ਉਹ। ਇਹਨੂੰ ਮੈਂ ਇੱਕ ਤੁਹਾਨੂੰ ਗਰੰਟੀ ਦੇ ਦੇਣਾ ਕਿ ਜੇਕਰ ਇਹਦੀ ਰਿਹਾਈ ਨਾ ਵੀ ਹੋਵੇ, ਇਹਨੂੰ ਮੌਤ ਦੀ ਸਜ਼ਾ ਫਾਂਸੀ ਦੀ ਨਹੀਂ ਹੋ ਸਕਦੀ। ਇੱਕ ਨੈਚੁਰਲ ਜਸਟਿਸ ਹੈ ਕਿ ਕੋਈ ਵੀ ਦੋਸ਼ੀ ਨੂੰ ਦੋ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ, ਇੱਕੋ ਹੀ ਦੋਸ਼। ਉਹਨੇ 28 ਸਾਲ ਕੈਦ ਕੱਟ ਲਈ ਹੈ, ਹੁਣ ਤੁਸੀਂ ਉਹਨੂੰ ਟੰਗ ਹੀ ਨਹੀਂ ਸਕਦੇ। ਤੁਹਾਨੂੰ ਸਿਰਫ ਜਿਹੜਾ ਹੈਗਾ ਕਿ ਜੇਕਰ ਉਹਨੂੰ ਨਹੀਂ ਟੰਗਣਾ ਤੇ ਫਿਰ ਉਹਨੂੰ ਜਿਹੜੀ ਫਾਂਸੀ ਦੀ ਕੋਠੀ ਹੈ ਉਹਦੇ 'ਚੋਂ ਤੇ ਕੱਢਣਾ ਚਾਹੀਦਾ ਨਾ। ਸੋ ਉਹਨੂੰ ਕਿਸੇ ਨੇ ਫਾਂਸੀ ਨਹੀਂ ਦੇਣੀ, ਕਿਉਂਕਿ ਕਿਸੇ ਕੋਰਟ ਕੋਲ ਪਾਵਰ ਨਹੀਂ ਅੰਡਰ ਲਾ। ਸੁਪਰੀਮ ਕੋਰਟ ਦਾ ਇਹ ਰੂਲਿੰਗ ਵੀ ਆ ਚੁੱਕੀ ਹੈ ਕਿ ਜਿਹੜੀ ਕਿਸੇ ਬੰਦੇ ਨੇ ਇੱਕ ਜੁਰਮ ਦੀ ਸਜ਼ਾ ਕੱਟ ਲਈ ਹੈ, ਉਹਨੂੰ ਦੂਜੀ ਨਹੀਂ ਹੋ ਸਕਦੀ। ਤੇ ਉਹ ਕੋਈ ਕੋਰਟ ਵੀ ਆਰਡਰ ਨਹੀਂ ਕਰ ਸਕਦੀ ਵੀ ਨੂੰ, ਕਿਉਂਕਿ ਜੱਜ ਦੇ ਆਰਡਰਾਂ ਤੋਂ ਬਿਨਾਂ ਫਾਂਸੀ ਨਹੀਂ ਹੁੰਦੀ ਜੀ। ਕਿੱਥੋਂ ਲੈਣਗੇ ਫਾਂਸੀ ਦਾ ਆਰਡਰ? ਸੋ ਇਸ ਕਰਕੇ ਉਹਨੂੰ ਕੋਈ ਫਾਂਸੀ ਨਹੀਂ ਹੋਣੀ। ਸਿਰਫ ਇਹ ਹੈ ਕਿ ਉਹ ਜਿਹੜਾ ਹੈਗਾ ਸਜ਼ਾਏ ਮੌਤ ਦੀ ਫਾਂਸੀ ਦੀ ਕੋਠੜੀ 'ਚ ਬੈਠਾ, ਉਹ ਔਖਾ ਹੁੰਦਾ। ਪਤਾ ਨਹੀਂ ਉੱਥੇ ਪੱਖਾ ਵੀ ਲੱਗਾ ਹੈ ਕਿ ਨਹੀਂ, ਉਹਦੇ ਵਿੱਚ ਹੀ 8x8 ਦਾ ਹੁੰਦਾ, ਅੰਦਰ ਹੀ ਟਾਇਲਟ ਹੁੰਦੀ ਹੈ, ਸਭ ਕੁਝ ਹੁੰਦਾ। ਇੱਕ ਪਾਸੇ ਅਸੀਂ ਜ਼ਰੂਰੀ ਇਹ ਸਾਰੀਆਂ ਗੱਲਾਂ ਤੇ ਵਿਚਾਰ ਤੁਸੀਂ ਸਾਂਝੇ ਕੀਤੇ ਆ। ਆਖਰੀ ਟਿੱਪਣੀ ਮੈਂ ਉਹੀ ਲੈਣਾ ਚਾਹਾਂਗਾ ਕਿ ਜਿਹੜੇ ਸਾਨੀ ਸਾਹਿਬ ਨੇ ਵਕਾਲਤ ਕੀਤੀ ਆ ਪਾਰਲੀਮੈਂਟ 'ਚ, ਉਹਦਾ ਕੀ ਬਣੇਗਾ ਫਿਰ? ਦੇਖੋ, ਸਾਨੀ ਸਾਹਿਬ ਪਾਰਲੀਮੈਂਟ ਨੂੰ ਕੀ ਕਹਿੰਦੇ ਨੇ? ਜਿਹੜਾ ਪ੍ਰੋਫੈਸਰ ਭੁੱਲਰ ਹੈ, ਉਸ ਦੀ ਸਿਫਾਰਿਸ਼ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਦਿੱਲੀ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਕੋਲ ਹੈ। ਜਿਹੜਾ ਬਿੱਟੇ ਤੇ ਹਮਲਾ ਹੋਇਆ ਸੀ, ਜਿਹਦੇ ਕਈ ਬੰਦੇ ਮਰ ਗਏ, ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ, ਉਸ ਦਾ ਵਕੂਆ ਦਿੱਲੀ 'ਚ ਹੈ। ਦਿੱਲੀ ਵੀ ਦਾ ਚੀਫ ਮਿਨਿਸਟਰ ਰਿਕਮੈਂਡ ਕਰ ਸਕਦਾ, ਰਿਕਮੈਂਡ ਕਰਕੇ ਲੈਫਟੀਨੈਂਟ ਗਵਰਨਰ ਨੂੰ ਭੇਜੇ ਤੇ ਲੈਫਟੀਨੈਂਟ ਗਵਰਨਰ ਦੇ ਥਰੂ ਹੋਮ ਮਿਨਿਸਟਰੀ ਨੂੰ ਭੇਜੇ। ਤੇ ਮੈਨੂੰ ਇਹ ਦੱਸੋ ਵੀ ਸਾਨੀ ਸਾਹਿਬ ਨੂੰ ਬੜਾ ਜੋਸ਼ ਚੜ੍ਹਿਆ ਹੈ, ਸਾਨੀ ਸਾਹਿਬ ਆਪਣੇ ਚੀਫ ਮਿਨਿਸਟਰ ਨੂੰ ਕਹਿਣ ਨਾ। ਉਹ ਤਾਂ ਚਲੋ ਉੱਥੇ ਉਹਨਾਂ ਨੇ ਮੁੱਦਾ ਰੇਜ਼ ਕੀਤਾ, ਕਿਸੇ ਨੇ ਜਿਵੇਂ ਬੜੀਆਂ ਬਹਿਸਾਂ ਹੁੰਦੀਆਂ, ਇੱਧਰੋਂ ਸੁਣ ਕੇ ਉਹਨਾਂ ਸਰਕਾਰ ਨੇ ਇੱਧਰੋਂ ਕੱਢਤਾ ਔਰ ਰਿਕਾਰਡ ਬਣ ਗਿਆ ਵੀ ਸਾਨੀ ਸਾਹਿਬ ਬੋਲੇ। ਕਿਉਂਕਿ ਸਾਨੀ ਸਾਹਿਬ ਪੰਜਾਬ ਦੀਆਂ ਵੋਟਾਂ ਨਾਲ ਰਾਜ ਸਭਾ ਦੇ ਮੈਂਬਰ ਬਣੇ ਤੇ ਜਿਹੜੀ ਉਹਨਾਂ ਨੂੰ ਤਨਖਾਹ ਮਿਲਦੀ ਹੈ ਰਾਜ ਸਭਾ ਦੇ, ਤੇ ਪੰਜਾਬ ਦਾ ਲੂਣ ਵੀ ਖਾਂਦੇ ਨਾ ਉਹ। ਤੇ ਉਹਨਾਂ ਨੇ ਆਪਣੀ ਡਿਊਟੀ ਕਰਤੀ, ਇੰਨਾ ਹੀ ਕਿ ਬਸ ਇੰਨੀ। ਉਹ ਅੱਜ ਤੋਂ ਪਹਿਲੇ ਕਿਉਂ ਸੁੱਤੇ ਰਹੇ? ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਿਆ ਸਾਲ ਤੋਂ ਉੱਪਰ ਹੋ ਗਿਆ, ਕਿੰਨੀਆਂ ਹੀ ਉਹਨਾਂ ਨੇ। ਸੋ ਇਹ ਸਾਰੇ ਲੋਕ ਜਿਹੜੇ ਨੇ ਇਹ ਲਿਫਾਫੇਬਾਜ਼ੀ ਕਰਦੇ ਨੇ। ਸਾਨੀ ਸਾਹਿਬ ਨੇ ਵੀ ਕਰਤੀ। ਸਾਨੀ ਸਾਹਿਬ ਕਿਉਂ ਨਹੀਂ ਕਹਿੰਦੇ ਆਪਣੇ ਚੀਫ ਮਿਨਿਸਟਰ ਨੂੰ ਬਈ ਤੁਸੀਂ ਰਿਕਮੈਂਡ ਕਰਕੇ ਭੇਜ ਦਿਓ, ਨਾ ਭੇਜੇ ਅੱਗੇ ਲੈਫਟੀਨੈਂਟ ਗਵਰਨਰ, ਤੁਸੀਂ ਕਹੋ ਜੀ ਮੈਂ ਭੇਜ ਦਿੱਤੀ, ਹੁਣ ਉੱਥੋਂ ਅੱਗੇ ਭਜਵਾ ਲਓ। ਸੋ ਕੁਐਸਚਨ ਇਹ ਹੈਗਾ ਕਿ ਕੋਈ ਬੰਦਾ ਵੀ ਬੰਦੀ ਸਿੰਘਾਂ ਨੂੰ ਸਿੰਸੀਅਰ ਨਹੀਂ, ਨਾ SGPC, ਨਾ ਅਕਾਲ ਤਖਤ ਦਾ ਜਥੇਦਾਰ, ਨਾ ਸ਼੍ਰੋਮਣੀ ਅਕਾਲੀ ਦਲ ਬਾਦਲ, ਨਾ ਸੁਖਬੀਰ ਸਿੰਘ ਬਾਦਲ, ਨਾ ਕੋਈ ਹੋਰ ਲੀਡਰ। ਇਹ ਸਭ ਤਮਾਸ਼ਬੀਨ ਹੈ। ਇੱਕ ਤਮਾਸ਼ੇ ਵਿੱਚ ਸਿਰਫ ਬੰਸਰੀ ਵਜਾਈ ਜਾਂਦੇ ਨੇ, ਬੰਦੀ ਸਿੰਘ ਛੱਡੋ, ਬੰਦੀ ਸਿੰਘ ਛੱਡੋ। ਬੰਦੀ ਸਿੰਘ ਕੌਣ ਛੱਡੇ? ਉਹਦਾ ਇੱਕ ਲੀਗਲ ਪ੍ਰੋਸੈਸ ਹੈ ਬੰਦੀ ਸਿੰਘਾਂ ਦੀ ਜਿਹੜੀ ਹੁੰਦੀ ਹੈ ਰਿਆਤ। ਅਖਬਾਰਾਂ ਸਟੇਟਮੈਂਟਾਂ ਦੇਣੀਆਂ, ਗਵਰਨਰਾਂ ਨੂੰ ਮੈਮੋਰੈਂਡਮ ਦੇਈ ਜਾਣੇ, ਅਸੀਂ ਇਹ ਕਰ ਦਿਆਂਗੇ, ਹੁਣ ਉੱਥੇ ਜਲੂਸ ਕੱਢਣਗੇ। ਉਹ ਜਲੂਸ ਉਹਨਾਂ ਨੇ ਜਿਹੜਾ ਉੱਥੇ ਪ੍ਰਦਰਸ਼ਨੀ ਕਰਨੀ ਹੈ 20 ਤਰੀਕ ਨੂੰ, ਉਹਦੇ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹਨ ਕਾਲਕਾ ਜੀ, ਉਹਨਾਂ ਨੇ ਕਿਹਾ ਵੀ ਪ੍ਰੋਟੈਸਟ ਕਰਨ ਦੀ ਕੀ ਲੋੜ ਹੈ ਤੁਹਾਨੂੰ ਅੱਗੇ ਬੜੇ ਪ੍ਰੋਟੈਸਟ ਕਰ ਲੈਣ, ਤੁਹਾਨੂੰ ਕੀ ਮਿਲਿਆ? ਉਹ ਵੀ ਤੇ ਸਿੱਖਾਂ ਦੀ ਸੰਸਥਾ ਦੇ ਮੁਖੀ ਨੇ ਤੇ BJP ਦੇ ਬਹੁਤ ਨੇੜੇ ਨੇ ਪ੍ਰਾਈਮ ਮਿਨਿਸਟਰ ਦੇ, ਤੇ ਉਹਨਾਂ ਨੇ ਕੀ ਕਿਹਾ ਵੀ ਇੱਥੇ ਪ੍ਰੋਸੈਸ਼ਨ ਹੀ ਨਾ ਕੱਢੋ। ਸੋ ਮੈਂ ਜਿਹੜੀ ਗੱਲ ਕਹਿੰਦਾ, ਮੇਰਾ ਇਹ ਵਿਚਾਰ ਹੈ ਕਿ ਵੀ ਬੰਦੀ ਸਿੰਘਾਂ ਦਾ ਕਿਸੇ ਦੀ ਸਿਹਤ 'ਤੇ ਕੋਈ ਅਸਰ ਤਾਂ ਹੈ ਨਹੀਂ।
ਨਾ ਕੋਈ ਇਹਨਾਂ ਦਾ ਰਿਸ਼ਤੇਦਾਰ ਹੈ। ਬੰਦੀ ਸਿੰਘਾਂ ਨੇ ਜੋ ਕਾਰਵਾਈਆਂ ਕੀਤੀਆਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੀਤੀਆਂ। ਅਕਾਲੀ ਪੋਲੀਟਿਕਸ ਹੋਰ ਚੀਜ਼ ਹੈ, ਪੋਲੀਟਿਕਸ ਆਫ ਵਾਇਲੈਂਸ ਹੋਰ ਚੀਜ਼ ਹੈ। ਅਕਾਲੀ ਦਲ ਬਾਦਲ ਦੀ ਵਿਚਾਰਧਾਰਾ ਵੀ ਨਹੀਂ ਮਿਲਦੀ, ਕਿਸੇ ਵੀ ਇੱਕ ਪਾਰਟੀ ਦੀ ਵਿਚਾਰਧਾਰਾ ਨਹੀਂ ਮਿਲਦੀ। ਹੁਣ ਇਹ ਮਿਸਾਲ ਦਿੰਦੇ ਨੇ ਜੀ ਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਦਿੱਤਾ ਜੀ, ਇੰਨੀ ਕੁ ਗੱਲ ਕਰਦੇ ਨਾ। ਰਾਜੀਵ ਗਾਂਧੀ ਦੇ ਕਾਤਲ ਕਿਵੇਂ ਛੱਡ ਹੋਏ ਹੈ? ਪਹਿਲੇ ਤੇ ਤਮਿਲਨਾਡੂ ਸਰਕਾਰ ਦੀ ਕੈਬਨਿਟ ਨੇ ਰੈਜ਼ੋਲੂਸ਼ਨ ਪਾਸ ਕੀਤਾ ਯੂਨੈਨਿਮਸਲੀ ਕਿ ਵੀ ਇਹਨਾਂ ਨੇ ਹੁਣ ਬੜੀ ਕੈਦ ਕੱਢ ਰਹੀ ਹੈ, ਇਹਨਾਂ ਨੂੰ ਛੱਡ ਦਿਓ। ਫਿਰ ਤਮਿਲਨਾਡੂ ਅਸੈਂਬਲੀ ਨੇ ਯੂਨੈਨਿਮਸਲੀ, ਸਾਰੀਆਂ ਵਿਰੋਧੀ ਪਾਰਟੀਆਂ ਨੇ ਇਹ ਪਾਸ ਕੀਤਾ ਕਿ ਵੀ ਇਹਨਾਂ ਨੂੰ ਛੱਡ ਦਿੱਤਾ ਜਾਏ। ਫਿਰ ਉਹ ਉਹਨਾਂ ਨੇ ਗਵਰਨਰ ਨੂੰ ਭੇਜੀ ਤਮਿਲਨਾਡੂ ਦੇ, ਗਵਰਨਰ ਉਹਦੇ 'ਤੇ ਚੌਂਕੜੀ ਮਾਰ ਕੇ ਬਹਿ ਗਏ। 6 ਮਹੀਨੇ ਲੰਘ ਗਏ। ਉਹਨਾਂ ਨੇ ਜਾ ਕੇ ਗਵਰਨਰ ਦੇ ਪ੍ਰੋਟੈਸਟ ਕੀਤਾ ਕਿ ਅਸੀਂ ਰਾਸ਼ਟਰਪਤੀ ਨੂੰ ਭੇਜੀਏ, ਰੋਕ ਨਹੀਂ ਸਕਦਾ, ਅਤੇ ਡਿਮਾਂਸਟ੍ਰੇਸ਼ਨ ਕੀਤੀ। ਉਹਨਾਂ ਨੇ ਕਿਹਾ ਅਸੀਂ ਧਰਨਾ ਦਿਆਂਗੇ। ਹਾਂਜੀ, ਸਟੈਲਨ ਉਹਨਾਂ ਦੇ ਚੀਫ ਮਿਨਿਸਟਰ, ਉਹਨਾਂ ਨੇ ਲੜਾਈ ਲੜੀ ਉਹਨਾਂ ਲਈ। ਗਵਰਨਰ ਨੂੰ ਫਿਰ ਉਹ ਭੇਜਣੀ ਪਈ ਉਹਦੇ ਕੋਲ, ਰਾਸ਼ਟਰਪਤੀ ਕੋਲ, ਅਤੇ ਫਿਰ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੀ ਕੰਸਲਟੇਸ਼ਨ ਤੋਂ ਬਾਅਦ ਉਹਨਾਂ ਨੂੰ ਰਿਮਿਟੈਂਸਿਸ ਦੇ ਦਿੱਤੀਆਂ, ਉਹਨਾਂ ਦੀ ਕੈਦ ਵਗੈਰਾ ਖ਼ਤਮ ਕਰਤੀ। ਹਰ ਚੀਜ਼ ਦਾ ਤਰੀਕਾ ਹੁੰਦਾ, ਇਹ ਕੋਈ ਤਰੀਕੇ 'ਚ ਤਾਂ ਵਿਸ਼ਵਾਸ ਹੀ ਨਹੀਂ ਕਰਦੇ। ਇਹ ਕਹਿੰਦੇ ਜੀ ਕੇਂਦਰ ਕਰੇ। ਉਹ ਕੇਂਦਰ ਨੂੰ ਇਹ ਹੈ ਵੀ ਇਹ ਜਿਹੜੀ ਇੰਨੀ ਮਾਰਸ਼ਲ ਕੌਮ ਹੈ, ਇਹ ਸਾਡੀਆਂ ਮਿੰਨਤਾਂ ਤਰਲੇ ਲਿਲਕਾਂ ਲੈ ਰਹੇ ਨੇ। ਉਹ ਤਾਂ ਡਰਾਮਾ ਦੇਖ ਰਹੇ ਨੇ, ਉਹ ਦੇਖਣਗੇ, ਕਿਉਂ ਨਾ ਦੇਖਣ। ਜੇ ਤੁਸੀਂ ਮੋਦੀ ਨੂੰ ਝੁਕਾਇਆ ਬਿੱਲਾਂ ਦੇ ਮਾਮਲੇ 'ਤੇ, 3 ਕਾਲੇ ਬਿੱਲ ਸੀ ਜੋ ਕਿਸਾਨਾਂ ਦੇ, ਫਾਰਮਰਸ ਦੇ, ਉਹਨਾਂ 'ਤੇ ਝੁਕਾਉਣ ਵਿੱਚ ਪੰਜਾਬ ਦਾ ਬੜਾ ਵੱਡਾ ਹੱਥ ਹੈ। ਲੰਗਰ ਤੇ ਪੰਜਾਬ ਦੀਆਂ ਸੰਗਤਾਂ ਨਹੀਂ ਲਾਏ ਨਾ ਉੱਥੇ। ਹੁਣ ਉਹ ਦੇਖ ਰਿਹਾ ਡਰਾਮਾ, ਉਹਨੂੰ ਕੀ ਲੋੜ ਹੈ ਵੀ ਉਹ ਤੁਹਾਡੇ ਬੰਦੇ ਛੱਡ ਦੇ। ਉਹਨੂੰ ਮਿਲਿਆ ਵੀ ਕੌਣ ਹੈ ਪਹਿਲੇ ਮੈਨੂੰ ਇਹ ਦੱਸੋ। ਉਹਨੂੰ ਅੱਜ ਤੱਕ ਸੁਖਬੀਰ ਡੈਪੂਟੇਸ਼ਨ ਨਹੀਂ ਲੈ ਕੇ ਗਿਆ, ਨਾ SGPC ਲੈ ਕੇ ਗਈ ਹੈ, ਨਾ ਅਮਿਤ ਸ਼ਾਹ ਕੋਲ ਗਏ, ਨਾ ਪ੍ਰਾਈਮ ਮਿਨਿਸਟਰ ਕੋਲ ਗਏ। ਉਹ ਨਾਲੇ ਇਹਦੇ ਵਿੱਚ 5-6 ਸਟੇਟਾਂ ਇਨਵੋਲਵਡ ਹੈ। ਹਰ ਸਟੇਟ ਦੇ ਗਵਰਨਰ ਨੇ ਛੱਡਣਾ। ਅਤੇ ਇੱਥੇ ਬੈਠੇ ਅੰਮ੍ਰਿਤਸਰ ਤੋਂ ਦਿੱਲੀ ਤੱਕ, ਤੇ ਦਿੱਲੀ ਤੱਕ ਤਾਂ ਹਲੇ ਗਏ ਹੀ ਨਹੀਂ ਨਾ, ਦਿੱਲੀ ਤੱਕ ਨਹੀਂ ਗਏ ਹਲੇ ਤੱਕ, ਪਿਛਲੇ 5 ਸਾਲ 'ਚ ਦਿੱਲੀ ਤੱਕ ਨਹੀਂ ਗਏ। ਇਹ ਕਿਉਂਕਿ ਹੁਣ ਲੋਕਾਂ ਨੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ। ਇਹ ਮੁੜ ਸੁਰਜੀਤ ਕਰਨਾ ਚਾਹੁੰਦੇ ਨੇ ਆਪਣੀ ਪਾਰਟੀ, ਇਹਨਾਂ ਕੋਲ ਇੱਛਾ ਹੀ ਨਹੀਂ ਬੰਦੀ ਸਿੰਘਾਂ ਦਾ। ਔਰ ਜਿਹੜੀ ਕਿਰਨਜੋਤ ਕੌਰ ਦੀ ਫੇਸਬੁੱਕ 'ਤੇ ਉਹਦੀ ਪੋਸਟ ਸੀ, ਉਹਦੇ ਜਵਾਬ ਵਿੱਚ ਸੁਣੋ ਕੀ ਕਿਹਾ ਕਮਲਦੀਪ ਕੌਰ ਦੀ ਪੋਸਟ ਨੇ। ਕਮਲਦੀਪ ਕੌਰ ਨੇ ਉਹਨੂੰ ਕਿਹਾ ਵੀ ਤੁਹਾਡਾ 10 ਸਾਲ ਰਾਜ ਸੀ ਪੰਜਾਬ 'ਚ, ਅਤੇ BJP ਤੁਹਾਡੇ ਰਾਜ ਵਿੱਚ ਪਾਰਟਨਰ ਸੀ, ਅਤੇ ਤੁਸੀਂ ਉਦੋਂ ਕਿਉਂ ਨਾ ਕੀਤਾ। ਹੁਣ ਮੈਨੂੰ ਦੱਸੋ ਇਹਦੇ 'ਚ ਕਿਰਨਜੋਤ ਦਾ ਕੀ ਹੱਥ ਹੈ? ਕਿਰਨਜੋਤ ਕੌਰ ਤੇ ਸਿਰਫ SGPC ਦੀ ਮੈਂਬਰ ਹੈ। ਤੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਨਾ ਉਹਨੂੰ ਪ੍ਰਕਾਸ਼ ਸਿੰਘ ਬਾਦਲ ਲਾਈਕ ਕਰਦੇ ਸੀਗੇ ਅਤੇ ਨਾ ਹੀ ਕਰਦੇ ਸੁਖਬੀਰ ਹੋਰੀ। ਉਹ ਤਾਂ ਕਿਉਂਕਿ ਮਾਸਟਰ ਤਾਰਾ ਸਿੰਘ ਜੀ ਦੀ ਦੋਹਤੀ ਹੈ, ਉਹਦੇ ਕੋਲ ਬੜੀ ਵੱਡੀ ਵਿਰਾਸਤ ਹੈ ਉਹਦੇ ਪਿੱਛੇ, ਇਸ ਲਈ ਉਹਨੂੰ ਟਿਕਟ ਵੀ ਦੇ ਦਿੰਦੇ ਨੇ ਅਤੇ ਉਹਨੂੰ ਕਿਸੇ ਵੱਡੀ ਕਮੇਟੀ 'ਚ ਨਹੀਂ ਪਾਉਂਦੇ, ਪਰੇ ਰੱਖਦੇ ਨੇ। ਸੋ ਉਹਨੇ ਜਿਹੜੀ ਗੱਲ ਕਹੀ ਉਹਨੇ ਤਾਂ ਠੀਕ ਕਹੀ ਨਾ, ਬਈ SGPC ਨੂੰ ਕੀ ਕਹਿੰਦੇ ਹੋ, ਅਸੀਂ ਲੱਖਾਂ ਰੁਪਏ ਚੜਾਵੇ ਦੇ ਲਾ ਕੇ ਵਕੀਲਾਂ ਨੂੰ ਦਿੱਤੇ, ਤੁਹਾਡੇ ਲਈ ਕੇਸ ਲੜੇ। ਉਹਦੇ ਜਵਾਬ 'ਚ ਕਮਲਦੀਪ ਕੌਰ ਨੇ ਇਹ ਕਹਿ ਤਾ ਵੀ ਤੁਹਾਡਾ। ਫਿਰ ਉਹ ਕਮਲਦੀਪ ਕੌਰ ਦਾ ਜਿਹੜਾ ਤੰਜ ਹੈ ਉਹ ਤਾਂ ਸੁਖਬੀਰ 'ਤੇ ਹੈ। ਤੋ ਇਹ ਨਹੀਂ ਬਈ ਨੂੰ ਨਹੀਂ ਪਤਾ, ਉਹ ਜਿਹੜੀਆਂ ਚਿੱਠੀਆਂ ਲਿਖਦਾ ਉਹਨੂੰ ਸਭ ਪਤਾ। ਪਰ ਉਹ ਫਿਰ ਇਹ ਕਹਿੰਦਾ ਸਭ ਤੋਂ ਵਧੀਆ ਪਾਰਟੀ ਅਕਾਲੀ ਦਲ ਹੈ। ਰਾਜਵਾਣਾ ਆਪਣੇ ਪਿਤਾ ਦੇ ਆਖਰੀ ਭੋਗ 'ਤੇ ਆਇਆ ਸੀ, ਉੱਥੇ ਜਿਹੜੇ ਉਹਨੇ ਛੋਟੀ ਜਿਹੀ ਸਪੀਚ ਦਿੱਤੀ, ਉਹਨੇ ਕਿਹਾ ਵੀ ਸਭ ਤੋਂ ਵਧੀਆ ਪਾਰਟੀ ਅਕਾਲੀ ਦਲ ਹੈ, ਜਿਹੜੀ ਕਿ ਉਹਦੀ ਰਿਹਾਈ ਦੇ ਅਗੇਂਸਟ ਹੈ। ਸੋ ਇਸ ਕਰਕੇ ਮੈਨੂੰ ਤਾਂ ਕੋਈ ਇਹ ਹੁਣ ਜਿਹੜੀ ਨਵੀਂ ਕਮੇਟੀ 5 ਮੈਂਬਰੀ ਬਣੀ ਹੈ, ਇਹਦੇ 2 ਮੈਂਬਰ ਹਨ, ਅਤੇ ਕਾਲਕਾ ਜੀ ਅਤੇ ਬਰਜਿੰਦਰ ਸਿੰਘ, ਇਹ ਪ੍ਰਭਾਵ ਵਰਤ ਕੇ ਕੁਝ ਕਰਾ ਸਕਦੇ ਨੇ। ਪਰ ਜੇਕਰ ਮੋਦੀ ਨੇ ਅਲਾਇੰਸ ਕਰਨਾ ਹੋਇਆ, ਕਿਉਂਕਿ ਮੋਦੀ ਦੀ ਵੀ 2024 'ਚ ਪੋਜੀਸ਼ਨ ਬੜੀ ਕਮਜ਼ੋਰ ਹੋ ਚੁੱਕੀ ਹੈ, ਕਿਉਂਕਿ ਉਹਦੇ ਜਿੰਨੇ ਵੀ ਸਹਿਯੋਗੀ ਸੀਗੇ, ਮਹਾਰਾਸ਼ਟਰ ਤੋਂ ਲੈ ਲਓ, ਕਰਨਾਟਕਾ 'ਚੋਂ ਹਾਰ ਗਿਆ, ਫਿਰ ਤੁਸੀਂ ਬਿਹਾਰ 'ਚ ਨਿਤਿਸ਼ ਕੁਮਾਰ ਛੱਡ ਗਿਆ, ਅਤੇ
ਤੇ ਉੱਥੇ ਮਹਾਰਾਸ਼ਟਰ ਸ਼ਿਵ ਸੈਨਾ ਨਾਲੋਂ ਇਹ ਵੱਖਰੇ ਹੋ ਗਏ। ਸੋ ਉਹਦੇ ਕੋਲ ਵੱਡੀਆਂ ਵੱਡੀਆਂ ਸਟੇਟਾਂ 'ਚ ਉਹਦੇ ਸਾਰੇ ਪਾਰਟਨਰ ਭੱਜ ਗਏ। NDA ਕੁਝ ਵੀ ਨਹੀਂ, ਐਵੇਂ ਨਾ ਹੀ ਹੈ ਉਹਦੇ 'ਚੋਂ। ਇਹ ਅਕਾਲੀ ਦਲ ਵੀ ਬਾਹਰ ਹੈ। ਅਕਾਲੀ ਦਲ ਦੀ ਪੋਜੀਸ਼ਨ ਪੋਲੀਟੀਕਲੀ ਬੜੀ ਕਮਜ਼ੋਰ ਹੈ। ਤੋ ਜੇਕਰ ਮੋਦੀ ਜੀ ਨੂੰ ਇਹ ਲੱਗਾ ਕਿ ਚਲੋ ਆਪਾਂ ਕੋਈ ਸ਼੍ਰੋਮਣੀ ਅਕਾਲੀ ਦਲ ਨਾਲ ਇਲੈਕਸ਼ਨ ਲੜ ਲਾਂਗੇ, ਇਹਨਾਂ ਦੀ ਗੁੱਡੀ ਚੜ੍ਹ ਜਾਏਗੀ, ਤੇ ਸ਼ਾਇਦ ਉਹ ਕਰ ਦੇਣ। ਮੈਨੂੰ ਭਰੋਸਾ ਨਹੀਂ, ਪਰ ਜੇ ਸ਼ਾਇਦ ਉਹ ਕਰ ਦੇਣ, ਕਿਉਂਕਿ ਜਿਹੜਾ ਹੁਣ ਤਾਸ਼ ਦੇ ਪੱਤੇ ਵਿੱਚ ਜਿਹੜਾ ਹੁਕਮ ਦਾ ਬਾਦਸ਼ਾਹ ਆਇਆ ਸਰਦਾਰ ਬਰਜਿੰਦਰ ਸਿੰਘ, ਉਹ ਬੜੀ ਸੋਚ ਕੇ ਪਾਇਆ ਗਿਆ। ਤੁਸੀਂ ਇਹ ਸਾਰੇ ਮੁੱਦੇ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ, SGPC ਦੀ ਭੂਮਿਕਾ, ਸ਼੍ਰੋਮਣੀ ਅਕਾਲੀ ਦਲ ਦੀ ਸੋਚ ਕੀ ਕਹਿੰਦੀ ਹੈ, ਔਰ ਖਾਸ ਕਰਕੇ ਬੰਦੀ ਸਿੰਘਾਂ ਦੇ ਲਈ ਸੁਹਿਰਦ ਕੌਣ ਹੈ, ਇਸ ਦੇ ਉੱਤੇ ਕਾਫੀ ਚਰਚਾ ਜਿਹੜੀ ਅਸੀਂ ਕਰਨ ਦੀ ਕੋਸ਼ਿਸ਼ ਕੀਤੀ। ਸਾਨੂੰ ਉਮੀਦ ਹੈ ਕਿ ਇਸ ਤੋਂ ਕੁਝ ਨਾ ਕੁਝ ਨਵੀਆਂ ਗੱਲਾਂ ਦੇ ਬਾਰੇ ਵੀ ਤਾਂ ਤੁਸੀਂ ਸਮਝਿਆ ਹੋਵੇਗਾ, ਸੋਚਿਆ ਹੋਵੇਗਾ। ਤੁਸੀਂ ਨਿੱਜੀ ਤੌਰ 'ਤੇ ਕੀ ਸੋਚਦੇ ਹੋ, ਆਪਣੀ ਰਾਏ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਅੱਜ ਦੀ ਇਸ ਮੁਲਾਕਾਤ 'ਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂ ਕਾ ABC ਪੰਜਾਬ, ਚੰਡੀਗੜ੍ਹ।